2 दिन, 2 ਕੈਬਨਿਟ ਮੀਟਿੰਗ ਤੇ 2 ਅਹਿਮ ਫੈਸਲੇ। ਅੱਜ ਇੱਕ ਕੈਬਨਿਟ ਮੀਟਿੰਗ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਜਿਵੇਂ ਇੱਕ ਵਨ ਨੇਸ਼ਨ ਵਨ ਪਾਰਟੀ ਸਕੀਮ ਸੀਗੀ, ਉਹਨਾਂ ਨੇ ਪੁੱਛਿਆ ਕਿ ਕੀ ਭਾਜਪਾ ਹੁਣ ਵਨ ਨੇਸ਼ਨ ਵਨ ਹਸਬੈਂਡ ਪਾਲਿਸੀ ਲੈ ਕੇ ਆ ਰਹੀ ਆ। ਮੈਂ ਹਾਂ ਰੁਚਿਕਾ ਐਮ ਖੰਨਾ ਤੇ ਅੱਜ ਮੇਰੇ ਨਾਲ ਨੇ ਮੇਰੇ ਕੁਲੀਗ ਮਿਸਟਰ ਰਾਜਮੀਤ ਸਿੰਘ ਤੇ ਅਸੀਂ ਗੱਲ ਕਰਾਂਗੇ ਕਿ ਇਹ ਸਟੇਟਮੈਂਟ ਜਿਹੜੀ ਸੀਐਮ ਭਗਵੰਤ ਮਾਨ ਨੇ ਦਿੱਤੀ ਆ ਇਹ ਕਿਉਂ ਦਿੱਤੀ ਗਈ ਆ। ਰਾਜਮੀਤ ਜੀ, ਅੱਜ ਜਦੋਂ ਕੈਬਨਿਟ ਮੀਟਿੰਗ ਹੋਈ ਉਸ ਤੋਂ ਬਾਅਦ ਇੱਕ ਪ੍ਰੈਸ ਵਾਰਤਾਲਾਪ ਹੋਈ, ਉਹਦੇ ਵਿੱਚ ਭਗਵੰਤ ਮਾਨ ਜੀ ਨੇ ਕਿਹਾ ਕਿ ਭਾਜਪਾ ਵਨ ਨੇਸ਼ਨ ਵਨ ਹਸਬੈਂਡ ਪਾਲਿਸੀ ਲੈ ਕੇ ਆ ਰਹੀ ਆ। ਇਹ ਕੀ ਕੰਟਰੋਵਰਸੀ ਸੀ, ਦੱਸੋ ਜੀ। ਰੁਚਿਕਾ ਜੀ, ਇਹ ਥੋੜ੍ਹੇ ਦਿਨ ਪਹਿਲਾਂ ਤੁਸੀਂ ਪੜ੍ਹਿਆ ਹੋਣਾ ਕਿ ਮਮਤਾ ਬੈਨਰਜੀ ਨੇ ਇਹ ਗੱਲ ਰੇਜ਼ ਕੀਤੀ ਸੀ ਕਿ ਬੀਜੇਪੀ ਸਿੰਦੂਰ ਵੰਡ ਰਹੀ ਹੈ ਫॉर ਇਟਸ ਪੋਲੀਟੀਕਲ ਡਾਇਰੈਕਸ਼ਨ ਡੋਮੈਸਟਿਕ ਆਪਣੇ ਵੋਟ ਬੈਂਕ ਲਈ। ਅਤੇ ਉਹਦੇ ਰਿਐਕਸ਼ਨ ਵਿੱਚ ਅੱਜ ਭਗਵੰਤ ਮਾਨ ਨੇ ਉਸੇ ਕੰਟੈਕਸਟ ਵਿੱਚ ਇਹ ਗੱਲ ਬੋਲੀ ਕਿ ਵੀ ਵਨ ਨੇਸ਼ਨ ਵਨ ਹਸਬੈਂਡ ਦਾ ਮਤਲਬ ਕਿ ਸੰਦੂਰ ਵੰਡਣਾ। ਉਸ ਕੰਟੈਕਸਟ ਬੇਸਿਕਲੀ ਉਹਨੇ ਗੱਲ ਕੀਤੀ ਸੀ ਕਿਉਂਕਿ ਬੀਜੇਪੀ ਉਹਨਾਂ ਦੀ ਪੋਲੀਟੀਕਲ ਓਪੋਨੈਂਟ ਹੈ, ਤਾਂ ਹੀ ਹੈਜ਼ ਹਿਟ ਆਊਟ ਐਟ ਬੀਜੇਪੀ। ਰੁਚਿਕਾ ਜੀ, ਮੈਨੂੰ ਇਹ ਦੱਸੋ ਕਿ ਵੀ ਇਹ ਹਾਊ ਬੀਜੇਪੀ ਆਪ ਦਾ ਕਿਸ ਤਰ੍ਹਾਂ ਇੰਟਰਸਟ ਹਿੱਟ ਕਰ ਰਹੀ ਹੈ ਬੀਜੇਪੀ ਪੰਜਾਬ ਵਿੱਚ, ਵਾਟ ਡੂ ਯੂ ਸੀ ਕਿਵੇਂ? ਰਾਜਮੀਤ ਜੀ, ਇਹ ਜਿਹੜਾ ਲੁਧਿਆਣਾ ਵੈਸਟ ਦਾ ਇਲੈਕਸ਼ਨ ਆਉਣ ਵਾਲਾ ਹੈ, ਜੂਨ 19 ਨੂੰ ਜਿਹੜਾ ਇਲੈਕਸ਼ਨ ਹੈਗਾ, ਇਹ ਬਹੁਤ ਅਹਿਮ ਇਲੈਕਸ਼ਨ ਮੰਨਿਆ ਜਾ ਰਿਹਾ ਹੈ ਕਿਉਂਕਿ ਜੋ ਵੀ ਪੋਲੀਟੀਕਲ ਪਾਰਟੀਜ਼ ਮੇਨ ਪੋਲੀਟੀਕਲ ਧਿਰ ਜਿਹੜੇ ਨੇ ਇਲੈਕਸ਼ਨ ਫਰੇ ਵਿੱਚ ਹੈਗੇ ਨੇ, ਹੂ ਥਰੋਨ ਦ ਹੈਟ ਇਨ ਦ ਰਿੰਗ, all of them, it's a do and die battle for all three, all four, I'm sorry. So for the Aam Aadmi Party, ਕਿਉਂਕਿ ਉਹਨਾਂ ਦਾ MLA ਸੀਗਾ, ਇਹ ਸੀਟ ਆਪ ਦੀ ਹੈਗੀ ਆ ਤੇ they want to retain it. Plus ਬਹੁਤ ਚਿਰ ਬਾਅਦ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਲੜ ਰਹੀ ਹੈ ਅੰਡਰ ਦ ਡਾਇਰੈਕਟ ਕਮਾਂਡ ਆਫ ਮਿਸਟਰ ਅਰਵਿੰਦ ਕੇਜਰੀਵਾਲ ਐਂਡ ਮਿਸਟਰ ਮਨੀਸ਼ ਸਿਸੋਦੀਆ। ਸੋ ਉਹਨਾਂ ਦੀ ਆਪ ਦੀ ਪ੍ਰੈਸਟੀਜ ਐਟ ਸਟੇਕ ਹੈਗੀ ਆ। ਆਪਾਂ ਜੇ ਕਾਂਗਰਸ ਵੱਲ ਆਈਏ ਤਾਂ ਕਾਂਗਰਸ ਲਈ ਵੀ ਇਹ ਡੂ ਐਂਡ ਡਾਈ ਬੈਟਲ ਹੈਗਾ ਬਿਕੋਜ਼ ਦੇ ਹੈਵ, ਕਿਉਂਕਿ ਇੱਕ ਮੰਨਿਆ ਜਾ ਰਿਹਾ ਵੀ ਕਾਂਗਰਸ ਇਜ਼ ਔਨ ਦ ਅਪਸਵਿੰਗ। So if they win this election, then they prove that they're actually on the upswing. Right, and they have to prove it because this will lay the foundation of what happens in 2027. ਭਾਜਪਾ ਵਾਸਤੇ ਇਸ ਲਈ ਇੰਪੋਰਟੈਂਟ ਹੈਗੀ ਆ ਬਿਕੋਜ਼ ਲੁਧਿਆਣਾ ਵੈਸਟ ਇੱਕ ਬਹੁਤ ਹੀ ਹਿੰਦੂ ਡੋਮੀਨੇਟਡ ਸੀਟ ਹੈਗੀ ਆ। 60-65% ਜਿਹੜੇ ਵੋਟਰ ਨੇ ਇੱਥੇ ਉਹ ਹਿੰਦੂ ਨੇ ਤੇ ਉਹ ਬਿਜ਼ਨਸਮੈਨ ਨੇ, ਜਿਹੜਾ ਕਿ ਭਾਜਪਾ ਦਾ ਟ੍ਰੈਡੀਸ਼ਨਲ ਵੋਟ ਬੈਂਕ ਹੁੰਦਾ। ਪਰ ਜਿਹੜਾ ਆਮ ਆਦਮੀ ਪਾਰਟੀ ਦਾ ਕਾਂਗਰਸ ਨੂੰ ਨਾ ਹਿੱਟ ਕਰਕੇ ਜ਼ਿਆਦਾ ਜਿਹੜਾ ਨਿਸ਼ਾਨਾ ਉਹ ਭਾਜਪਾ ਨੂੰ ਬਣਾਉਣ ਪਿੱਛੇ ਇਹ ਹੈਗਾ ਬਿਕੋਜ਼ ਇਹ ਆਮ ਆਦਮੀ ਪਾਰਟੀ ਵਿੱਚ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਭਾਜਪਾ ਹੈਗੀ ਆ ਉਹ ਅੰਦਰ ਖਾਤੇ, ਜੇ ਉਹਨਾਂ ਦਾ ਕੈਂਪੇਨ ਇੰਨਾ ਵਧੀਆ ਨਾ ਚੱਲ ਪਾਇਆ ਤੇ ਉਹ ਅੰਦਰ ਖਾਤੇ ਆਸ਼ੂ ਨੂੰ ਜਿਹੜੇ ਕਿ ਕਾਂਗਰਸ ਕੈਂਡੀਡੇਟ ਉਹਨਾਂ ਨੂੰ ਸਪੋਰਟ ਕਰਦੇ। ਰੁਚਿਕਾ ਜੀ, ਇਹ ਲੁਧਿਆਣਾ ਵਿੱਚ ਬੀਜੇਪੀ ਦੀ ਪਰਫਾਰਮੈਂਸ ਇਸ ਅਸੈਂਬਲੀ ਸੈਗਮੈਂਟ 'ਚ ਹਮੇਸ਼ਾ ਅੱਛੀ ਰਹੀ ਹੈ ਜੋ ਮੈਂ ਸੁਣਨਾ ਹੈ, ਤੇ ਉਹ ਵਿਜ਼ਿਵਿਜ਼ ਹੁਣ ਰਿਪੀਟ ਨਹੀਂ ਹੋਏਗੀ, ਤੁਹਾਨੂੰ ਕੀ ਲੱਗਦਾ ਹੈ? ਨਹੀਂ, ਦੇਖੋ ਜੀ, ਮੈਨੂੰ ਲੱਗਦਾ ਹੈ ਕਿ ਕਾਡਰ ਜਿਹੜਾ ਉਹਨਾਂ ਦਾ ਵੋਟ ਹੈਗਾ ਉਹ ਤਾਂ ਬਿਲਕੁਲ ਇੰਟੈਕਟ ਹੈਗਾ, ਪਰ ਇਸ ਸਮੇਂ ਜਿਹੜਾ ਸਰਕਾਰ ਹੈ ਉਹਦੀ ਵੀ ਪੂਰੇ ਦਾ ਪੂਰਾ ਜ਼ੋਰ ਲੱਗਿਆ ਪਿਆ। ਤੁਹਾਨੂੰ ਪਤਾ ਹੀ ਹੈਗਾ, ਹੁੰਦਾ ਨਹੀਂ, they were the first people to announce their candidate. They announced their candidate almost 2.5-3 months back. 3 ਮਹੀਨੇ ਪਹਿਲਾਂ ਉਹਨੇ ਕੈਂਡੀਡੇਟ ਅਨਾਉਂਸ ਕਰਦੇ। ਇਲੈਕਸ਼ਨਸ ਹੁਣ ਅਨਾਉਂਸ ਹੋਏ ਨੇ ਤੇ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ, ਉਹਨਾਂ ਦੇ ਰਾਜ ਸਭਾ ਮੈਂਬਰ ਨੇ ਮਿਸਟਰ ਸੰਜੀਵ ਅਰੋੜਾ, ਉਹ ਕਿੰਨੀ ਦੇਰ ਤੋਂ ਕੈਂਪੇਨ ਵੀ ਕਰ ਰਹੇ ਨੇ ਉੱਥੇ। ਰਾਜਪੀ ਜੀ, ਕੱਲ ਜਿਹੜੀ ਕੈਬਨਿਟ ਮੀਟਿੰਗ ਹੋਈ, ਜਿਹੜੀ ਦੂਜੀ ਕੈਬਨਿਟ ਮੀਟਿੰਗ ਹੋਈ ਆ, ਉਹਦੇ ਵਿੱਚ ਇੱਕ ਹੋਰ ਬਹੁਤ ਅਹਿਮ ਫੈਸਲਾ ਲਿੱਤਾ ਗਿਆ। ਉਹ ਇਹ ਸੀਗਾ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਕੈਬਨਿਟ ਨੇ ਉਹਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਤੁਸੀਂ ਦੱਸਣਾ ਚਾਹੋਗੇ ਵੀ ਇਹ ਲੈਂਡ ਪੂਲਿੰਗ ਪਾਲਿਸੀ ਕੀ ਹੈਗੀ ਆ? ਜਿਹੜੇ ਆਮ ਕਿਸਾਨ ਨੇ ਜਾਂ ਜਿਹੜੇ ਲੈਂਡ ਓਨਰ ਨੇ ਉਹਨਾਂ ਨੂੰ ਕੀ ਮਿਲੇਗਾ ਆਪਣੀ ਜ਼ਮੀਨ ਲੈਂਡ ਪੂਲਿੰਗ ਵਿੱਚ ਦੇਣ ਕਾਰਨ? ਰੁਚਿਕਾ ਜੀ, ਇੱਕ ਬੜਾ ਕਰੂਸ਼ੀਅਲ ਸਬਜੈਕਟ ਹੈ ਲੈਂਡ ਪੂਲਿੰਗ ਦਾ ਪੰਜਾਬ ਵਾਸਤੇ, ਕਿਉਂਕਿ ਪਿੱਛੇ ਜੇ ਜਦੋਂ ਜੰਮੂ ਕਟੜਾ ਹਾਈਵੇ ਵਾਸਤੇ ਲੈਂਡ ਅਕਵਾਇਰ ਹੋਈ ਸੀ ਤੇ ਕਿੰਨੇ ਪ੍ਰੋਟੈਸਟ ਹੋਏ ਸੀ, ਗੌਰਮੈਂਟ ਆਫ ਇੰਡੀਆ ਨੂੰ ਇੰਟਰਵੀਨ ਕਰਨਾ ਪਿਆ, ਕੋਰਟਸ ਨੇ ਇੰਟਰਵੀਨ ਕੀਤਾ, ਕਿਸਾਨ ਆਪਣੀ ਲੈਂਡ ਦੇਣਾ ਨਹੀਂ ਚਾਹੁੰਦੇ ਕਿਉਂਕਿ ਕੰਪਨਸੇਸ਼ਨ ਨਹੀਂ ਮਿਲਦਾ। ਅਤੇ ਸਿੰਸ ਗੌਰਮੈਂਟ ਹੁਣ ਇਸ ਲੈਂਡ ਪੋਲਿਸੀ 'ਤੇ ਬੜੀ ਦੇਰ ਦੀ ਵਰਕ ਕਰ ਰਹੀ ਸੀ, ਲੈਂਡ ਪੂਲਿੰਗ ਪੋਲਿਸੀ 'ਤੇ, ਇਹਨੂੰ ਮੋਰ ਇਨਸੈਂਟਿਵ ਓਰੀਐਂਟਡ ਬਣਾਉਣ ਲਈ, ਮੋਰ ਲਿਕੁਰੇਟਿਵ ਬਣਾਉਣ ਲਈ ਇਹਨਾਂ ਨੇ ਬਹੁਤ ਸਾਰੇ ਸਲੀਓ ਆਫ ਮੇਜਰਸ ਦਿੱਤੇ ਨੇ। ਜਿਸ ਤਰ੍ਹਾਂ ਇਹਨਾਂ ਨੇ ਬੋਲਿਆ ਕਿ ਇਸ ਪੋਲਿਸੀ ਨੂੰ ਜਿਹੜੀ ਲਾਰਜਲੀ ਪਹਿਲਾਂ ਮੋਹਾਲੀ 'ਚ ਅਪਲਾਈ ਹੁੰਦੀ ਸੀ, ਇਟ ਵਿਲ ਅਪਲਾਈ ਟੂ ਐਂਟਾਇਰ ਆਫ ਪੰਜਾਬ। ਇਹਨਾਂ ਨੇ 27 ਕੁਛ ਅਰਬਨ ਸੈਂਟਰਸ ਆਈਡੈਂਟੀਫਾਈ ਕੀਤੇ ਜਿੱਥੇ ਇਹਨਾਂ ਨੇ ਇਹ ਪੋਲਿਸੀ, ਇਹਦੇ ਵਿੱਚ ਇਸ ਤਰ੍ਹਾਂ ਇਹਨਾਂ ਨੇ 1000 ਗਜ ਦੀ
ਇੱਕ ਰੈਸੀਡੈਂਸ਼ੀਅਲ ਤੇ 200 ਗਜ ਦਾ। ਇਸ ਵਿੱਚ ਇਹਨਾਂ ਨੇ ਇੰਡਸਟਰੀਅਲ, ਕਮਰਸ਼ੀਅਲ ਤੇ ਜਿਹੜੀ ਮਿਕਸ ਲੈਂਡ ਯੂਜ਼ ਦੇ ਵੀ ਕਾਫੀ ਨਵੇਂ ਇਨਸੈਂਟਿਵ ਦਿੱਤੇ ਹੈ ਫਾਰਮਰਸ ਨੂੰ। ਜੇ ਕਹਿਣਗੇ ਫੋਰਸੀਬਲੀ ਅਸੀਂ ਲੈਂਡ, ਇਹ ਬੜਾ ਇੱਕ ਇੰਪੋਰਟੈਂਟ ਸਟੇਟਮੈਂਟ ਅਮਨ ਅਰੋੜਾ ਨੇ ਕੱਲ੍ਹ ਪ੍ਰੈਸ ਕਾਨਫਰੰਸ ਦਿੱਤਾ ਕਿ ਅਸੀਂ ਫੋਰਸੀਬਲ ਐਵਿਕਸ਼ਨ ਨਹੀਂ ਕਰਾਂਗੇ, ਕਿਉਂਕਿ ਪਿੱਛੇ ਜੇ ਤਾਂ ਖੱਟੜਾ ਵਿੱਚ ਫੋਰਸੀਬਲ ਜਿਹੜਾ ਜੰਮੂ ਖੱਟੜਾ ਹਾਈਵੇ 'ਚ ਫੋਰਸੀਬਲ ਐਵਿਕਸ਼ਨ ਹੋਈ ਹੈ ਸੀ, ਉਹ ਤਾਂ ਪਬਲਿਕ ਇੰਪੋਰਟੈਂਸ ਦਾ ਪ੍ਰੋਜੈਕਟ ਸੀ। ਇਹ ਕਿਉਂਕਿ ਲੋਕਾਂ ਦੇ ਮਾਈਂਡ 'ਚ ਹਾਲੇ ਬੜਾ ਇਹ ਕਨਫਿਊਜ਼ਨ ਹੈ ਵੀ ਜੇ ਫੋਰਸੀਬਲ ਇਵੈਕਸ਼ਨ ਨਹੀਂ ਕਰਨਗੇ, ਕਿਆ ਇਹ ਇੱਕ ਆਰਗੂਮੈਂਟ ਹੋ ਰਿਹਾ ਸੀ ਡਾਇਰੈਕਟ ਪਰਚੇਸ ਪਾਲਿਸੀ ਕਰਨਗੇ। ਸੋ ਇਹ ਜਿਹੜੇ ਸਾਰੇ ਇਨਸੈਂਟਿਵ ਹੈ ਬੇਸਿਕਲੀ ਇਹ ਗਵਰਨਮੈਂਟ ਪ੍ਰੋ ਫਾਰਮਰ ਹੀ ਹੈ, ਤਾਂ ਕਿ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਬੋਲਿਆ ਕਿ ਵੀ ਅਲੱਗ-ਅਲੱਗ ਚੰਕਸ ਆਫ ਲੈਂਡ ਹੈ, ਤੁਸੀਂ ਇਕੱਠੇ ਕਰਕੇ ਤੁਸੀਂ ਪ੍ਰੋਜੈਕਟ ਨੂੰ ਦੇ ਸਕਦੇ, ਪ੍ਰਾਈਵੇਟ ਬਿਲਡਰ ਨੂੰ ਦਿਓ ਜਾਂ ਸਰਕਾਰ ਨੂੰ ਦਿਓ। ਆਈ ਥਿੰਕ ਇਟਸ ਅ ਗੁੱਡ ਪਾਲਿਸੀ ਜੀ। ਰੁਚਿਕਾ ਜੀ, ਇਸ ਪਾਲਿਸੀ ਦੇ ਵਿੱਚ ਤੁਸੀਂ ਸਾਨੂੰ ਕੋਈ ਹਾਈਲਾਈਟ ਦੱਸੋਗੇ ਕਿ ਵੀ ਇਹਨੂੰ ਇਨਸੈਂਟਿਵਾਈਜ਼ ਕਿਵੇਂ ਕੀਤਾ ਗਿਆ, ਕਿ ਪਿਛਲੀ ਪਾਲਿਸੀ ਨੂੰ ਕਿਵੇਂ ਡਿਫਰੈਂਟ ਸੀ? ਸੋ ਰਾਜਮੀ ਜੀ, ਇਹਦੇ 'ਚ ਕੁਝ ਡਿਫਰੈਂਸਸ ਜਿਹੜਾ ਮੈਨੂੰ ਸਮਝ ਆਇਆ ਉਹ ਹੈਗੇ ਨੇ ਕਿ ਪਹਿਲਾਂ ਜਿਹੜੀ ਪਾਲਿਸੀ ਸੀਗੀ ਉਹਦੇ ਵਿੱਚ ਜਿਹੜਾ ਯੂਨਿਟ ਸੀ ਜਿਸ 'ਤੇ ਇਹ ਡਿਸਾਈਡ ਕੀਤਾ ਜਾਂਦਾ ਸੀ ਵੀ ਇਹਨੂੰ ਇਨ ਲਿਊ ਆਫ ਲੈਂਡ ਕੀ ਦੇਣਾ ਹੈ, ਦੈਟ ਵਾਜ਼ 1 ਏਕੜ। ਤੇ ਹੁਣ ਇਹਨਾਂ ਨੇ 3 ਬਣਾਤੇ ਵੀ 9 ਏਕੜ। ਜਿਹੜਾ ਬੰਦਾ 9 ਏਕੜ ਆਪਣੀ ਜ਼ਮੀਨ ਦਊਗਾ ਉਹਨੂੰ ਉਸ ਦੇ ਬਦਲੇ 3 ਏਕੜ ਵਾਪਸ ਕਰ ਦਿੱਤੇ ਜਾਣਗੇ, ਤੇ ਉਹ ਉੱਥੇ ਜਾਂ ਤਾਂ ਆਪ ਇੱਕ ਗਰੁੱਪ ਹਾਊਸਿੰਗ ਸੁਸਾਇਟੀ ਬਣਾ ਸਕਦਾ ਜਾਂ ਕਿਸੇ ਬਿਲਡਰ ਦੇ ਰਾਹੀਂ ਬਣਵਾ ਸਕਦਾ ਜਾਂ ਉਹਨੂੰ ਵੇਚ ਸਕਦਾ। ਜੋ ਬੰਦਾ 50 ਏਕੜ ਜ਼ਮੀਨ ਦਊਗਾ ਉਹਨੂੰ ਉਸ ਦੇ ਬਦਲੇ 30 ਏਕੜ ਵਾਪਸ ਮਿਲ ਜਾਣਗੇ ਫॉर ਪਲੋਟਡ ਡਿਵੈਲਪਮੈਂਟ। ਤੇ ਇਹ ਇੱਕ ਤਾਂ ਇਹ ਲੋਕਾਂ ਵਾਸਤੇ ਇੱਕ ਬਹੁਤ ਸਹੂਲਤ ਵਾਲੀ ਗੱਲ ਹੈਗੀ। ਉਹਨਾਂ ਦੀ ਜ਼ਮੀਨ ਤਾਂ ਜਾਊਗੀ, ਪਰ ਨਾਲ ਦੇ ਨਾਲ ਦੇ ਹੈਵ ਦ ਲੈਵਰੇਜ ਟੂ ਫਰਦਰ ਕੈਪੀਟਲਾਈਜ਼ ਇਟ। ਸੋ ਇੱਕ ਤਾਂ ਇਹ ਹੈਗਾ। ਦੂਜਾ, ਪਹਿਲਾਂ ਵਾਲੀ ਜਿਹੜੀ ਪਾਲਿਸੀ ਸੀਗੀ ਮੋਹਾਲੀ ਵਾਲੀ, ਉਹ ਸਿਰਫ ਮੋਹਾਲੀ ਨੂੰ ਕੇਟਰ ਕਰਦੀ ਸੀ, ਇਹ ਹੁਣ 27 ਅਰਬਨ ਸਟੇਟਸ ਨੂੰ ਕੇਟਰ ਕਰੇਗੀ। ਤੇ ਨੰਬਰ ਤੀਜਾ ਜਿਹੜਾ ਹੈਗਾ ਵੀ ਪਹਿਲਾਂ ਸਿਰਫ ਰੈਜ਼ੀਡੈਂਸ਼ੀਅਲ ਵਾਸਤੇ ਲੈਂਡ ਪੂਲਿੰਗ ਸੀਗੀ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਵਾਸਤੇ। ਹੁਣ ਇਹਨਾਂ ਨੇ ਫॉर ਇੰਡਸਟਰੀਅਲ ਟਾਊਨਸ਼ਿਪਸ, ਈਵਨ ਫॉर ਰੋਡਸ, ਬਿਕੋਜ਼ ਪੰਜਾਬ ਵਿੱਚ ਸਾਨੂੰ ਤਾਂ ਪਤਾ ਹੀ ਹੈਗਾ ਵੀ ਕਿਸ ਤਰ੍ਹਾਂ ਰੋਡਸ ਵਾਸਤੇ ਵੀ ਜਾਂ ਹਾਈਵੇਜ਼ ਵਾਸਤੇ ਵੀ ਜਦੋਂ ਵੀ ਲੈਂਡ ਐਕਵਾਇਰ ਕਰਨੀ ਹੋਏ ਕਿੰਨਾ ਵੱਡਾ ਪੰਗਾ ਪੈਂਦਾ ਰਹਿੰਦਾ ਹੈ। ਤੇ ਉਸ ਚੀਜ਼ ਨੂੰ ਟੂ ਡੂ ਅਵੇ ਵਿਦ ਇਟ ਦੇ ਹੈਵ ਬ੍ਰੌਟ ਇਨ ਦਿਸ ਪਾਲਿਸੀ। ਰੁਚਿਕਾ ਜੀ, ਇਹਦੇ ਵਿੱਚ ਇੱਕ ਮੇਰਾ ਦੁਬਾਰਾ ਸਵਾਲ ਆਉਂਦਾ ਹੈ ਕਿ ਗਵਰਨਮੈਂਟ ਦਾ ਕੋਈ ਵਿਜ਼ਨ ਡਾਕੂਮੈਂਟ ਹੈਗਾ ਕਿ ਇਹ 24,000 ਏਕੜ ਜ਼ਮੀਨ ਜਿਹੜੀ ਲੁਧਿਆਣੇ 'ਚ ਇਹਨਾਂ ਨੇ ਐਕਵਾਇਰ ਕਰਨੀ ਹੈ? ਬੜੇ ਲੋਕ ਇਸ ਐਪਰੀਸ਼ੀਏਟ ਕਰ ਰਹੇ ਪਾਲਿਸੀ ਨੂੰ, ਵੀ ਇਹ ਵਿਜ਼ਨ ਕੀ ਹੈ, ਵੀ ਕਿਵੇਂ ਲੋਕਾਂ ਨੂੰ ਕਿੰਨੀ ਦੇਰ 'ਚ ਇਹਨੂੰ ਰੋਲ ਆਊਟ ਕਰਨਗੇ ਪਾਲਿਸੀ ਨੂੰ, ਕਦੋਂ ਤੱਕ ਇਹਨਾਂ ਦਾ ਪਲਾਨ ਹੈਗਾ? ਰਾਜਮੀ ਜੀ, ਪਾਲਿਸੀ ਹੁਣ ਕੱਲ ਕੈਬਨਿਟ ਨੇ ਅਪਰੂਵ ਕਰ ਦਿੱਤੀ ਹੈਗੀ ਆ, ਉਸ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਹੋ ਜੂਗੀ ਤੇ ਕੰਮ ਸ਼ੁਰੂ ਹੋ ਜਾਊਗਾ। ਆਈ ਥਿੰਕ ਦ ਆਈਡੀਆ ਇਜ਼ ਦੈਟ ਵੰਸ ਇਟ ਇਜ਼ ਨੋਟੀਫਾਈਡ ਦ ਪੀਪਲ ਦੈਨ can approach the housing department or the urban local bodies in the cities where they are and directly give their consent for ਤੁਹਾਨੂੰ ਲੱਗਦਾ ਕਿ ਗਵਰਨਮੈਂਟ ਦੇ ਇੱਕ ਬੜਾ ਵੱਡਾ ਸ਼ਿਫਟ ਹੈ, ਗਵਰਨੈਂਸ ਦਾ ਪਾਰਟ ਹੈ ਕਿ ਵੀ ਇੰਡਸਟਰੀ ਦੇ ਇਨਸੈਂਟਿਵ ਦੇ ਹੁਣ ਦੇ ਆਰ ਮੂਵਿੰਗ ਟੁਵਰਡ ਅਰਬਨ ਅਪਗ੍ਰੇਡੇਸ਼ਨ, ਅਰਬਨ ਇਨਫਰਾਸਟ੍ਰਕਚਰ ਡਿਵੈਲਪਮੈਂਟ, ਜਿਹਦੇ ਵਿੱਚ ਹੁਣ ਪੈਸੇ ਦੀ ਟਾਰਗੇਟ ਕਰੇ? ਇਹ ਕੀ ਸ਼ਿਫਟ ਹੈ, ਕਿਉਂ ਹੋ ਰਿਹਾ ਇਹ ਸ਼ਿਫਟ ਤੁਹਾਨੂੰ ਲੱਗ ਰਿਹਾ? ਰਾਜਮੀ ਜੀ, ਆਈ ਥਿੰਕ ਦ ਬਿਗੇਸਟ ਕੰਸਰਨ ਫॉर ਦ ਗਵਰਨਮੈਂਟ ਰਾਈਟ ਨਾਓ ਇਜ਼ ਦ ਇਕਨੋਮਿਕ ਕੰਸਰਨਸ। ਤੁਹਾਨੂੰ ਪਤਾ ਹੀ ਹੈਗਾ ਪੰਜਾਬ ਇਜ਼ ਅ ਕੈਸ਼ ਸਟ੍ਰੈਪਡ ਸਟੇਟ, ਪੈਸਾ ਸਰਕਾਰ ਕੋਲ ਹੈਗਾ ਨਹੀਂ। ਜੇ ਆਪਾਂ ਪਿਛਲੇ ਆਮ ਆਦਮੀ ਪਾਰਟੀ ਦੇ 3 ਸਾਲ ਦੇਖ ਲਈਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੇ 5 ਸਾਲ ਦੇਖ ਲਈਏ, ਹੈ ਨਾ, ਇਹ ਪੂਰੇ 8 ਸਾਲਾਂ ਵਿੱਚ ਕੋਈ ਵੀ ਵੱਡਾ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਨਹੀਂ ਆਇਆ। ਉਹਦਾ ਕਾਰਨ ਸਿਰਫ ਇਹ ਹੈਗਾ ਵੀ ਜਿੰਨਾ ਸਰਕਾਰ ਕੋਲ ਆਪਣੀ ਰੈਵਨਿਊ ਰਿਸੀਟਸ ਆ ਗਈਆਂ ਨੇ, ਉਸ ਤੋਂ ਕहीं ਜ਼ਿਆਦਾ ਰੈਵਨਿਊ ਐਕਸਪੈਂਡੀਚਰ ਹੋ ਰਿਹਾ, ਮਤਲਬ ਖਰਚਾ ਬਹੁਤ ਜ਼ਿਆਦਾ ਹੈਗਾ ਤੇ ਇਨਕਮ ਬਹੁਤ ਘੱਟ ਹੈਗੀ ਆ। ਇਹ ਜਿਹੜਾ ਗੈਪ ਹੈਗਾ, ਇਹਦੇ ਨਾਲ ਡੈਫਿਸਿਟ ਵੱਧਦਾ ਜਾ ਰਿਹਾ ਹੈ ਤੇ ਸਰਕਾਰ ਕੋਲ ਕੋਈ ਆਪਸ਼ਨ ਹੀ ਨਹੀਂ ਰਹਿੰਦਾ ਬਟ ਕਿ ਤੁਸੀਂ ਹੋਰ ਕਰਜ਼ਾ ਲਈ ਜਾਓ। ਹੁਣ ਪੰਜਾਬ ਐਜ਼ ਅ ਰਿਜ਼ਲਟ ਹੈਜ਼ ਬਿਕਮ ਅ ਵੈਰੀ ਡੈਟ ਸਟ੍ਰੈਸ ਸਟੇਟ। So there is no leverage with any government. कोई भी आएगा उसको leverage है ही नहीं कि कोई भी किसी भी तरह की development कर सके. So I think within the party and within the within the strategists in the ruling political party, plus I think Punjab Development Council, they played a very key role in visualizing that probably this is one way where it would be a win-win situation for everybody. ਕਿੰਨਾ ਰੈਵਨਿਊ ਪ੍ਰੋਜੈਕਟ ਕਰ ਰਹੇ ਇਸ ਐਕੁਜੀਸ਼ਨ ਤੋਂ 27 ਅਰਬਨ ਸਟੇਟਸ ਦਾ ਕਹ ਲਈਏ ਜਾਂ ਕੱਲੇ ਲੁਧਿਆਣੇ ਦਾ ਕਹ ਲਈਏ? ਵਾਟ ਇਜ਼ देयर? ਰਾਜਮੀ ਜੀ, ਜਦੋਂ ਇਸ ਵਾਰੀ ਬਜਟ ਆਇਆ ਸੀ ਤਾਂ ਉਸ ਤੋਂ ਇੱਕ ਦਿਨ ਬਾਅਦ ਮਿਸਟਰ ਹਰਪਾਲ ਚੀਮਾ ਨੇ ਟ੍ਰਿਬਿਊਨ ਨਾਲ ਗੱਲਬਾਤ ਕੀਤੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਵੀ ਇਸ ਸਾਲ ਵਿੱਚ ਹਲੇ they are expecting to bridge the gap between revenue receipts and expenditure, which is about 8,000 crores. 8,000, okay. So thank you, Rajmeet ji. Okay, ji. Thank you, viewers, for watching this episode of Decode Punjab.
Do continue to read your favorite newspaper, which is the Tribune. Do follow us on all our social media handles across X, on Instagram, and on Facebook. Thank you.